Hello everyone, good evening. Here is Manisha Tandon. Welcome back to our official YouTube channel, Gills Mentor online e-learning platform. To get all recent notification, right now subscribe this channel and do not forget to press the bell icon. ਗਾਇਸ ਅੱਜ ਮੈਂ ਤੁਹਾਨੂੰ ਕਰਵਾਵਾਂਗੀ ਪੰਜਾਬ ਗਵਰਨਮੈਂਟ ਦੇ ਸਾਰੇ ਐਗਜ਼ਾਮ ਦੀ ਤਿਆਰੀ ਲਈ ਕੰਪਿਊਟਰ ਦੇ ਪ੍ਰੀਵੀਅਸ ਕੁਐਸਚਨ ਪੇਪਰਾਂ ਵਿੱਚੋਂ ਕੁਐਸਚਨਸ ਜੋ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ। ਅੱਜ ਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਤੇ ਇਸ ਨੂੰ ਜੁਆਇਨ ਕਰਕੇ ਫ੍ਰੀ ਵਿੱਚ ਤਿਆਰੀ ਕਰ ਸਕਣ। ਗਾਇਸ ਅੱਜ ਆਪਾਂ ਕਰਾਂਗੇ ਕੰਪਿਊਟਰ ਅਵੇਅਰਨੈਸ ਦੇ ਕੁਐਸਚਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ 25 ਕੁਐਸਚਨ ਦੀ ਸੀਰੀਜ਼ ਕਰ ਰਹੇ ਹਾਂ, ਠੀਕ ਹੈ, ਤੇ ਸਾਡੇ 400 ਕੁਐਸਚਨ ਜਿਹੜੇ ਨੇ ਕੰਪਲੀਟ ਹੋ ਚੁੱਕੇ ਨੇ। ਅੱਜ ਆਪਾਂ ਨੈਕਸਟ 25 ਕੁਐਸਚਨਸ ਕਰਾਂਗੇ। ਇਹ ਜਿੰਨੇ ਵੀ ਕੁਐਸਚਨਸ ਲਏ ਗਏ ਨੇ ਗਾਇਸ ਪ੍ਰੀਵੀਅਸ ਕੁਐਸਚਨ ਪੇਪਰਾਂ ਵਿੱਚੋਂ ਲਏ ਗਏ ਨੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਪੰਜਾਬ ਸਟੇਟ ਲੈਵਲ ਦੇ ਕਿੰਨੇ ਪੇਪਰ ਹੁੰਦੇ ਨੇ, ਠੀਕ ਹੈ, ਅਤੇ ਸਟੇਟ ਲੈਵਲ ਦੇ ਸੈਂਟਰ ਲੈਵਲ ਜਿੰਨੇ ਪੇਪਰ ਹੁੰਦੇ ਨੇ ਉਹਨਾਂ ਵਿੱਚ ਕੰਪਿਊਟਰ ਦੇ ਕੁਛ ਕੁਐਸਚਨਸ ਆਉਂਦੇ ਨੇ, ਉਹਨਾਂ ਵਿੱਚੋਂ ਲਏ ਗਏ ਨੇ ਇੰਪੋਰਟੈਂਟ ਕੁਐਸਚਨ। ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਪੇਪਰਾਂ ਲਈ ਸਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਮਾਰਕਫੈਡ ਦਾ ਪੇਪਰ ਆਉਣ ਵਾਲਾ ਹੈ, PSC ਕਲਰਕ ਦਾ ਆਉਣ ਵਾਲਾ ਹੈ, ਠੀਕ ਹੈ, ਪੰਜਾਬ ਪਟਵਾਰੀ ਦਾ ਆਉਣ ਵਾਲਾ ਹੈ, ਠੀਕ ਹੈ, ਅਤੇ FSI ਚੱਲ ਰਿਹਾ ਪੇਪਰ ਕੰਪਲੀਟ ਹੋ ਗਿਆ ਹੈ, ਠੀਕ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ ਪੇਪਰ, ਇਹ ਵਾਲੇ ਕੁਐਸਚਨ ਜਿੰਨੇ ਵੀ ਕਰਵਾਏ ਜਾ ਰਹੇ ਨੇ। ਤੁਸੀਂ ਧਿਆਨ ਨਾਲ ਦੇਖਣਾ ਹੈ ਸਾਰਾ ਸੈਸ਼ਨ ਅਤੇ ਕਮੈਂਟ ਕਰਕੇ ਦੱਸਣਾ ਹੈ। ਅੱਜ ਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਯੈਸ, ਹਾਂਜੀ। ਅਤੇ ਅੱਜ ਦਾ ਫਸਟ ਕੁਐਸਚਨ ਹੈ ਗਾਇਜ਼, a telephone number, a birth date and customer name are all example of। ਹਾਂਜੀ, ਜੇਕਰ ਤੁਹਾਨੂੰ ਕਮੈਂਟ ਕਰਕੇ ਤੁਸੀਂ ਦੱਸੋ ਅਗਰ ਜੇਕਰ ਤੁਹਾਨੂੰ ਇਹਦਾ ਸਹੀ ਆਨਸਰ ਪਤਾ ਹੈ। ਦੇਖ ਲਓ ਇਹਦੇ 5 ਆਪਸ਼ਨ ਦਿੱਤੇ ਨੇ, ਸਹੀ ਆਨਸਰ ਕੀ ਹੋਏਗਾ। ਯੈਸ, ਤੇ ਇਹਦਾ ਸਹੀ ਆਨਸਰ ਕੀ ਹੈ ਗਾਇਜ਼? ਫਸਟ, ਦੈਟ ਇਜ਼ ਰਿਕਾਰਡ। ਦੈਟ ਇਜ਼ ਰਿਕਾਰਡ। ਤੁਹਾਨੂੰ ਪਤਾ ਹੀ ਹੈ ਆਪਾਂ ਇੱਕ ਪਹਿਲੇ ਕੀ ਬਣਾਉਂਦੇ ਹਾਂ, ਟੇਬਲ ਕ੍ਰੀਏਟ ਕਰਦੇ ਹਾਂ, ਠੀਕ ਹੈ, ਠੀਕ ਹੈ। ਟੇਬਲ ਵਿੱਚ ਕੀ ਹੁੰਦਾ ਹੈ, ਡਾਟਾ ਕਿਸ ਫਾਰਮ ਵਿੱਚ ਆਪਾਂ ਕਰਦੇ ਹਾਂ, ਇਨਸਰਟ ਰੋ ਐਂਡ ਕੋਲਮ ਦੀ ਫਾਰਮ ਵਿੱਚ। ਇਹਨੂੰ ਕਿਹਾ ਦਿੰਦੇ ਆ ਕੋਲਮ, ਇਸ ਟਾਈਪ ਨੂੰ ਕਹਿ ਦਿੰਦੇ ਆ ਰੋਜ਼, ਹੈ ਨਾ। ਨੰਬਰ ਆਫ ਰੋਜ਼ ਨੰਬਰ ਆਫ ਕੋਲਮ ਨੂੰ ਮਿਲਾ ਕੇ ਇੱਕ ਟੇਬਲ ਬਣਦਾ ਹੈ ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕਿਸੇ ਕਸਟਮਰ ਦਾ ਕੀ ਕਰਦੇ, ਡਾਟਾ ਨੂੰ ਕੀ ਕਰਕੇ ਰੱਖਦੇ ਹਾਂ, ਸਟੋਰ ਕਰਕੇ ਰੱਖਦੇ ਹਾਂ। ਨੰਬਰ ਆਫ ਇੱਕ ਕਸਟਮਰ ਦਾ ਸਿੰਗਲ ਟੇਬਲ ਨੂੰ ਆਪਾਂ ਰਿਕਾਰਡ ਨਹੀਂ ਕਹਿ ਸਕਦੇ। ਨੰਬਰ ਆਫ ਕਸਟਮਰ ਦਾ ਜਦੋਂ ਆਪਾਂ ਟੇਬਲ ਵਿੱਚ ਡਾਟਾ ਇੰਸਰਟ ਕਰਦੇ ਹਾਂ ਉਸ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਰਿਕਾਰਡ। ਸਾਡੇ ਤੋਂ ਕੀ ਆ ਜਾਂਦਾ, ਉਸ ਕੰਪਨੀ ਦਾ, ਕਿਸੇ ਆਰਗੇਨਾਈਜੇਸ਼ਨ ਦਾ, ਹੈ ਨਾ, ਇੱਦਾਂ ਰਿਕਾਰਡ ਆ ਜਾਂਦਾ। ਫੋਰ ਐਗਜ਼ਾਮਪਲ ਜਿਵੇਂ ਤੁਹਾਨੂੰ ਪਤਾ ਹੈ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕਾਲਜ ਦੀ। ਕਾਲਜ ਵਿੱਚ ਨੰਬਰ ਆਫ ਸਟੂਡੈਂਟਸ ਪੜ੍ਹਦੇ ਨੇ, ਠੀਕ ਹੈ, ਅਲੱਗ-ਅਲੱਗ ਡਿਪਾਰਟਮੈਂਟ ਦੇ, ਮਕੈਨੀਕਲ ਦੇ, ਸਿਵਲ ਦੇ, ਇਲੈਕਟ੍ਰੀਕਲ ਦੇ, ਅਲੱਗ-ਅਲੱਗ ਡਿਪਾਰਟਮੈਂਟ ਦਾ ਅਲੱਗ-ਅਲੱਗ ਰਿਕਾਰਡ ਹੋਵੇਗਾ। ਉਵੇਂ ਹੀ ਗਾਇਸ ਕੰਪਨੀ ਵਿੱਚ ਅਲੱਗ-ਅਲੱਗ ਕਸਟਮਰ ਦਾ ਅਲੱਗ-ਅਲੱਗ ਰਿਕਾਰਡ ਹੋਏਗਾ, ਨੂੰ ਆਪਾਂ ਕਹਿ ਦਿੰਦੇ ਹਾਂ ਰਿਕਾਰਡ। ਨੈਕਸਟ ਚੱਲਦੇ ਹਾਂ। ਹਾਂਜੀ ਗਾਇਜ਼, ਤੁਸੀਂ ਕੋਸ਼ਿਸ਼ ਕਰੋ ਕਿ ਹਰੇਕ ਕੁਐਸਚਨ ਦਾ ਸਹੀ ਆਨਸਰ ਦੇਣ ਦੀ। ਮੈਂ ਤੁਹਾਨੂੰ ਹਰੇਕ ਸਟੇਟਮੈਂਟ ਪੜ੍ਹਨ ਤੋਂ ਬਾਅਦ 4 ਸੈਕਿੰਡ ਦਾ ਟਾਈਮ ਦਿੰਦੀ ਹਾਂ ਤਾਂ ਕਿ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕੋ ਕਿ ਸਹੀ ਆਨਸਰ ਕੀ ਹੈ। ਜੇਕਰ ਤੁਸੀਂ ਪਹਿਲੇ ਕੁਐਸਚਨ ਦੇਖੇ ਨੇ, ਪਹਿਲੇ ਕਿਤੇ ਕੁਐਸਚਨ ਦੇ ਕੰਸੈਪਟ ਦੇਖੇ ਹੋਏ ਨੇ, ਤੁਹਾਡੇ ਲਈ ਰਿਵੀਜ਼ਨ ਹੋ ਗਈ। ਅਗਰ ਤੁਸੀਂ ਨਹੀਂ ਦੇਖੇ ਨੇ ਤੁਹਾਡੇ ਲਈ ਇੱਕ ਨਵਾਂ ਕੰਸੈਪਟ ਹੋ ਗਿਆ, ਹੈ ਨਾ। ਅਤੇ ਇਸ ਲਈ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਨਵੇਂ ਕੁਐਸਚਨ, ਨਵੇਂ ਕੰਸੈਪਟ ਲੈ ਕੇ ਆਈਏ। ਦੇਖੋ ਨੈਕਸਟ ਕੁਐਸਚਨ ਹੈ, the human readable version of a program is called। 5 ਆਪਸ਼ਨ ਦਿੱਤੇ ਨੇ ਗਾਇਸ, ਬਹੁਤ ਹੀ ਈਜ਼ੀ ਹੈ। ਤੇ ਇਹਦਾ ਸਹੀ ਆਨਸਰ ਕੀ ਹੈ, ਸੋਰਸ ਕੋਡ। ਸਹੀ ਆਨਸਰ ਕੀ ਹੈ ਗਾਇਸ, ਸੋਰਸ ਕੋਡ। ਹਾਂਜੀ, ਤੁਹਾਨੂੰ ਪਤਾ ਹੀ ਹੈ ਜਿਹੜਾ ਜੋ ਆਪਾਂ ਕੰਪਿਊਟਰ ਵਿੱਚ ਕੀ ਕਰਦੇ ਹਾਂ, ਐਂਟਰ ਕਰਦੇ ਹਾਂ, ਠੀਕ ਹੈ, ਉਹ ਸਾਡੇ ਅੰਡਰਸਟੈਂਡੇਬਲ, ਹਿਊਮਨ ਮਤਲਬ ਆਪਾਂ, ਸਾਡੇ ਅੰਡਰਸਟੈਂਡੇਬਲ ਹੁੰਦਾ, ਆਪਾਂ ਉਹਨੂੰ ਸਮਝ ਸਕਦੇ ਹਾਂ, ਲੇਕਿਨ ਉਹਨੂੰ ਕੰਪਿਊਟਰ ਨਹੀਂ ਸਮਝ ਸਕਦਾ ਨਾ। ਅਤੇ ਬਾਅਦ ਵਿੱਚ ਕੀ ਕਰਦੇ ਹੈ, ਕੰਪਿਊਟਰ ਵਿੱਚ ਜਦੋਂ ਆਪਾਂ ਐਂਟਰ ਕਰਦੇ ਹਾਂ ਕੁਛ, ਕੰਪਿਊਟਰ ਕੀ ਕਰਦਾ, ਆਪਣੀ ਮਸ਼ੀਨ ਲੈਂਗੁਏਜ ਵਿੱਚ ਕਨਵਰਟ ਕਰ ਲੈਂਦਾ ਉਸ ਚੀਜ਼ ਨੂੰ, ਦੈਨ ਆਊਟਪੁੱਟ ਕਨਵਰਟ ਕਰਕੇ ਦਿੰਦਾ ਹੈ। ਇਹ ਸਾਰਾ ਕੰਮ ਕੌਣ ਕਰਦਾ ਹੈ, ਕੰਪਾਈਲਰ, ਇੰਟਰਪ੍ਰੇਟਰ, ਹੈ ਨਾ, ਅਸੈਂਬਲਰ, ਇਹ ਸਭ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਥਰੂ ਕੀ ਕਰਦਾ ਹੈ, ਇਨਪੁੱਟ ਨੂੰ ਕਨਵਰਟ ਕਰਕੇ ਦੈਨ ਆਊਟਪੁੱਟ ਵਿੱਚ ਪ੍ਰੋਡਿਊਸ ਕਰਕੇ ਸਾਨੂੰ ਸਾਡੇ ਤੱਕ ਆਊਟਪੁੱਟ ਦਿੰਦੇ ਆ। ਨੈਕਸਟ ਕੁਐਸਚਨ ਹੈ, a dash computer, also referred to as a laptop, is a small lightweight personal computer that
incorporate the screen, the keyboard, storage and processing components into a single portable unit। ਤੁਸੀਂ ਸਮਝ ਹੀ ਗਏ ਹੋਗੇ। अगर ਤੁਹਾਨੂੰ पता है सही आंसर कमेंट करके दसो। 5 ऑप्शन दिते ने गाइस। हाँ जी, तो 5 ऑप्शन दिते ने, सही आंसर की होएगा? बहुत ईजी है गाइस। नोटबुक। देखो नोटबुक पहले की आप कंप्यूटर यूज़ करते थे, है ना। कंप्यूटर ਨੂੰ ਆਪਾਂ ਜਿੱਥੇ ਰੱਖਿਆ ਹੋਇਆ ਉੱਥੇ ਬੈਠ ਕੇ ਹੀ ਕੰਮ ਕਰ ਸਕਦੇ ਹਾਂ। ਜਿਵੇਂ ਕਿ ਤੁਹਾਡੇ ਆਫਿਸ ਵਿੱਚ ਲੱਗੇ ਹੋਏਗਾ, ਤੁਹਾਡੇ घर का मतलब पीसी परसनल कंप्यूटर होएगा, पीसी कह देंगे जिन्हों, तुसीं उत्थे बैठ के काम कर। लेकिन हुण की आ गया गाइस पोर्टेबल। पोर्टेबल मतलब जिन्हों आपां की कर सकते हैं, किते भी लैके जा सकते हैं अपने कैरी बैग विच, ठीक है। नो आपां की कहते हैं नोटबुक, है ना। एक स्मॉल हुंदा साइज विच, लाइट वेट हुंदा है, ठीक है। स्क्रीन भी होंगी है, कीबोर्ड भी होंगे, स्टोरेज मैमरी भी होंगी है, प्रोसैसिंग कंपोनेंट भी एक सिंगल पोर्टेबल यूनिट विच ही होंगे, कह देंगे नोटबुक। नैक्सट क्वेश्चन है, डैश इज द रिजल्ट प्रोड्यूस्ड बाय ए कंप्यूटर। 5 ऑप्शन दिते ने गाइस, सही आंसर देने की कोशिश करो। आउटपुट, सही आंसर है आउटपुट। आउटपुट की कह देंगे हैं गाइस? देखो आउटपुट एक रिजल्ट होंदा है। पहले आप इनपुट देंगे हैं, दैन उन्होंने कंप्यूटर विच की होंदा है, प्रोसैसिंग होंदी है, दैन सानू की आती है? आउटपुट मिलती है ना। याद रखना है। नैक्सट चलते हैं, प्रोग्राम सच एज इंटरनेट एक्सप्लोर दैट सर्व एज नेविगेबल विंडो into the web are called। 5 ऑप्शन दिते ने गाइस, सही आंसर देने की कोशिश करो। यस, तेरा सही आंसर की है? वेब ब्राउज़र। वेब ब्राउज़र। तुसी मैनू कमेंट करके दसो 5 टाइप के किहड़े-किहड़े वैब ब्राउज़र ने, नेम ऑफ द वैब ब्राउज़र, नंबर किन्ने तरह के? 5। वैसे तो बहुत वैब ब्राउज़र ने, लेकिन तुसी मैनू टाइप कमेंट करके दसो 5 कोई वैब ब्राउज़र के नाम, ठीक है। देखो एक इदां दा प्रोग्राम हुंदा है जिहदी हेल्प नाल आपां की कर सकते हैं, असैस कर सकते हैं नैट, है ना, ठीक है। तो एक इंटरनेट एक्सप्लोरर भी की है साडे लई, एक वैब ब्राउज़र ही है जिहड़ा नेविगेबल की करदा है, नेविगेबल करदा है विंडोज़ इनटू वैब, उहनूं कह दिंदे आपां वैब ब्राउज़र। नेक्स्ट क्वेश्चन है, व्हेन डाटा चेंज इन मल्टीपल लिस्ट एंड ऑल लिस्ट आर नॉट अपडेटेड दिस कॉज डैश। तुसी दसना है कि जदों आपां डाटा नूं, व्हेन डाटा चेंज इन मल्टीपल लिस्ट, ठीक है, एंड ऑल लिस्ट आर नॉट अपडेटेड दिस कॉज किहदे कारण हुंदा गाइस? ये डाटा इनकंसिस्टेंसी, डाटा इनकंसिस्टेंसी दे थ्रू। देख लो इनकंसिस्टेंसी नूं आपां कह दिंदे हैं बेजोड़ता, जिन्हों कि आपां पंजाबी च कह दिंदे हैं बेजोड़ता, है ना, ठीक है। इंग्लिश का सिनोनियम देखा जाए तो होंदा नॉट स्टेइंग दी सेम थ्रू आउट, नॉट स्टेइंग दी सेम थ्रू आउट, ठीक है। इनकंसिस्टेंसी याद रखना है गाइस वर्ड। नेक्स्ट चलते हैं, डाटा बिकम व्हेन इट इज presented in a format that people can understand and use। yes, 5 ऑप्शन दिते ने गाइस, सही आंसर देने की कोशिश करो। सही आंसर की है? इन्फॉर्मेशन। सही आंसर की है? इन्फॉर्मेशन। देखो पहले एक डाटा होंदा है, दैन डाटा इन्फॉर्मेशन कदों बन जाता है? एक यूजफुल इन्फॉर्मेशन बन जाता है जदों आपां नूं, मतलब एक डाटा है जिन्हों पीपल रॉ डाटा कह सकते हैं, फैक्ट एंड फैक्ट्स विच फिगर्स पिया होएगा जिन्हों आपां नहीं समझ सकते प्रॉपर। जिवें कि तुहानूं मैं एक एग्जाम्पल दे दिंदी है, डाटा नूं आपां क्यों नहीं समझ सकते। गाइस देखो आ लिखिया मैं, ठीक है। ਇਹਦਾ मतलब की है? किसी का डाटा की है? डाटा मतलब एक फॉर्मेट है कि डेट ऑफ बर्थ का, लेकिन ये साडे लिए डाटा है। क्यों? जदों तक आपां ये नहीं लिख दिंदे कि दिस इज़ द डेट ऑफ बर्थ, ਜਾਂ कोई इन्वेंशन है, इन्वेंशन डेट है, ਜਾਂ कोई डेट ऑफ बर्थ है कि जदों साडा चैनल की होया सीगा, गिल्स मेंटोर चैनल आपां बनाया सीगा, है ना।
ਜਦੋਂ ਇਹਦੇ ਨਾਮ ਨਾਲ ਆਪਾਂ ਗਿਲਸ ਮੈਂਡੋਰ ਲਗਾਤਾ ਇਟ ਮੀਨ ਕਿ ਇਹਨੂੰ ਇਨਵੈਂਟ ਕੀਤਾ ਹੋਏਗਾ ਇਸ ਦਿਨ, ਇਸ ਲਈ ਇਹ ਸਾਡੇ ਲਈ ਕੀ ਬਣ ਗਈ, ਇੱਕ ਇਨਫੋਰਮੇਸ਼ਨ ਬਣ ਗਈ, ਠੀਕ ਹੈ, ਇੱਕ ਯੂਜ਼ਫੁਲ ਇਨਫੋਰਮੇਸ਼ਨ ਬਣ ਗਈ, ਠੀਕ ਹੈ, ਜਿਹਨੂੰ ਪੀਪਲ ਕੈਨ ਅੰਡਰਸਟੈਂਡ ਐਂਡ ਯੂਜ਼, ਜਿਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਅਤੇ ਇਹਨੂੰ ਆਪਾਂ ਸਮਝ ਸਕਦੇ ਹਾਂ। ਇਸ ਲਈ ਡਾਟਾ ਐਂਡ ਇਨਫੋਰਮੇਸ਼ਨ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ, ਠੀਕ ਹੈ। ਨੈਕਸਟ ਚਲਦੇ ਹਾਂ। The term dash designed equipment that might be added to a computer system to enhance its functionality। 5 ऑप्शन ਦਿੱਤੇ ਨੇ गाइस, सही आंसर देने की कोशिश करो। यस, तेरा सही आंसर की है पेरिफेरल डिवाइस। पेरिफेरल डिवाइस देखो कहते उस ਜਦੋਂ ਆਪਾਂ ਕਿਸੇ मतलब the term peripheral device designed equipment that might be added to the computer system enhance the functionality। ਜਦੋਂ ਆਪਾਂ ਕਿਸੇ ਕੰਪਿਊਟਰ ਸਿਸਟਮ ਨਾਲ ਕੀ ਕਰ ਦਿੰਦੇ ਹਾਂ, ਪੈਰੀਫਲ ਡਿਵਾਈਸਿਸ ਨੂੰ ਐਡ ਕਰ ਦਿੰਦੇ ਹਾਂ, ਲਗਾ ਦਿੰਦੇ ਹਾਂ, ਦੈਨ ਉਹਦੀ ਫੰਕਸ਼ਨੈਲਿਟੀ ਕੀ ਹੋ ਜਾਂਦੀ ਹੈ, ਐਨਹਾਂਸ ਹੋ ਜਾਂਦੀ ਹੈ ਨਾ, ਇਹ ਯਾਦ ਰੱਖਣਾ ਹੈ। ਨੈਕਸਟ ਚਲਦੇ ਹਾਂ। ਵਟ ਇਜ਼ ਦ ਪ੍ਰਾਇਮਰੀ ਡਿਫਰੈਂਸ ਬਿਟਵੀਨ ਵਾਇਰਸ ਐਂਡ ਵੋਮ। 5 ऑप्शन ਦਿੱਤੇ ਨੇ गाइस, सही आंसर देने की कोशिश करो। यस, सही आंसर की है, देखो वायरस का तुहानू पता ही है की हुंदा है, ठीक है, तो सही आंसर है थर्ड। वायरस इज ए हार्मफुल टू द कंप्यूटर्स, इट इनफैक्ट एंड वॉर्म इज नॉट ए सीरीयस, ठीक है। देखो मैं तुहानू दस दिंदी हाँ, वायरस की हुंदा है रेप्लीकेटेड, इट सेल्फ टू रेप्लीकेटेड, अपने आप की कॉपीज इट सेल्फ मतलब अपने आप ਨੂੰ ही की करता रहेगा, बना के कॉपीज कोई फाइल्स है उन्होंने की कर देगा, क्रैश कर देगा, उन्होंने डिस्ट्रॉय कर देगा, ठीक है। तो ਜਿਹੜਾ ਵੋਮ ਹੁੰਦਾ ਹੈ, ਵੋਮ ਇਜ਼ ਅ ਟਾਈਪ ਆਫ ਮਲੀਸ਼ੀਅਸ ਸੌਫਟਵੇਅਰ, ਇੱਕ ਇੱਦਾਂ ਦਾ ਮਲੀਸ਼ੀਅਸ ਸੌਫਟਵੇਅਰ ਪ੍ਰੋਗਰਾਮ ਹੈ ਹੋਜ਼ ਪ੍ਰਾਇਮਰੀ ਫੰਕਸ਼ਨ ਇਜ਼ ਟੂ ਇਨਫੈਕਟ ਅਦਰ ਕੰਪਿਊਟਰ ਵਾਈਲ ਰਿਮੇਨਿੰਗ ਐਕਟਿਵ ਔਨ ਇਨਫੈਕਟ ਸਿਸਟਮ, ਠੀਕ ਹੈ। तो इन्ना याद रखना है, ठीक है। सब तो ज़्यादा जोड़ा होंगे डेंजरस साडे लिए केड़ा होंदा, हार्मफुल केड़ा होंदा, वायरस ही है। फोम उत्तों थोड़ा जा लाइट होंदा है, ठीक है, इन्ना याद रखना। दोनों की एक मलीशियस सॉफ्टवेयर प्रोग्राम ही हैं, ठीक है, दोनों इट सेल्फ रेप्लीकेटेड ही होंदे ने। नैक्सट चलते हैं। You must install this on a network if you want to share a broadband network internet connection। 5 ऑप्शन दिते ने, सही आंसर देने की कोशिश करो। देखो ਇਹਦਾ सही आंसर की है, कहते कि you must install this on a network if you want to share broadband internet connection। ਤੁਹਾਨੂੰ ਕੀ ਇੰਸਟਾਲ ਕਰਨਾ ਪਏਗਾ ਨੈਟਵਰਕ ਨੂੰ, ਜੇਕਰ ਤੁਸੀਂ ਚਾਹੁੰਦੇ ਕਿ ਤੁਹਾਡਾ ਸ਼ੇਅਰ ਕਰੀਏ ਤੁਸੀਂ ਆਪਣਾ ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ, ਤੁਹਾਨੂੰ ਰਾਊਟਰ ਲਗਾਉਣਾ ਪਏਗਾ, ਠੀਕ ਹੈ। ਰਾਊਟਰ ਕੀ ਹੁੰਦਾ ਗਾਇਜ਼, ਇੱਕ ਨੈਟਵਰਕਿੰਗ ਡਿਵਾਈਸ ਹੈ that forwards data packets between computer networks। It is connected to or more lines from different networking, ठीक है। एक नैटवर्किंग का डिवाइस है, जिमें कि तुसी देखिया होएगा राउटर है ना, मॉडम देखिया होएगा, ठीक है। तो एक राउटर की हुंदा है, एक नैटवर्किंग का ही डिवाइस है, इन्ना याद रखना है। काहदे लई यूज़ किया जाता है, जेकर तुसी शेयर करना चाहते हो कोई इंटरनेट कनैक्शन। नैक्सट चलते हैं। कंपनी यूज़ which of the following vendor to provide access to the software and service rather than purchasing the application and maintaining the application themselves। जेकर तुसी लास्ट वाली वीडियोज़ देखिया होणगियां, तुहानूं ये आंसर बिल्कुल श्योरिटी नाल कह सकदी हां, तुहानूं याद होएगा इहदा सही आंसर की है। देखो मैं तो फिर भी दस दिंदी हां, सही आंसर की है। सही आंसर एप्लीकेशन सर्विस प्रोवाइडर, एप्लीकेशन सर्विस प्रोवाइडर। देखो कोशिश करो समझण दी की किया गया है, कहंदे कि कंपनी जिहड़ी है, कंपनियां फॉलोइंग विचों किहड़ा विक्रेता का यूज़ करके परचेज कर सकते हैं एप्लीकेशन एंड मेनटेन कर सकदियां ने किनू एप्लीकेशनस नू, ठीक है। तुहानूं आपां किहड़े विक्रेता, वेंडर्स के होंदे ना विक्रेता है ना। कंपनी यूज़ विच ऑफ द फॉलोइंग वेंडर टू प्रोवाइड असेस द सॉफ्टवेयर एंड सर्विस रादर दैन परचेजिंग दी एप्लीकेशन एंड मेनटेनिंग द एप्लीकेशन दैमसेल्फ, ठीक। तुहानूं कह दिंदे ने आपां एप्लीकेशन सर्विस प्रोवाइडर। नैक्सट चलते हैं। Which of the following would we consider as a way that a computer virus can enter a computer system? 5 ऑप्शन दिते ने गाइस, सही आंसर देने की कोशिश करो। तो इसका सही आंसर की है यस। जेकर तुसी लास्ट वीडियो देखी होएगी, फिर तो रिपीट हो गया क्वेश्चन, फॉरवर्ड कॉपी ऑफ ए सॉफ्टवेयर, ठीक है। देखो
ਕਹਿੰਦੇ ਇਹਨਾਂ ਵਿੱਚੋਂ ਕਿਹੜਾ ਤਰੀਕਾ ਹੈ ਕੰਪਿਊਟਰ ਵਾਇਰਸ ਕੰਪਿਊਟਰ ਸਿਸਟਮ ਵਿੱਚ ਦਾਖਲ ਹੋ ਸਕਦਾ ਹੈ, ਕਿਹਦੇ ਥਰੂ ਹੋ ਸਕਦਾ ਹੈ, ਵੋਰਡ ਕਾਪੀਜ਼ ਆਫ ਏ ਸੌਫਟਵੇਅਰ। ਠੀਕ ਹੈ, ਤੇ ਇੰਨਾ ਯਾਦ ਰੱਖਣਾ ਹੈ ਤੁਸੀਂ। ਨੈਕਸਟ ਚਲਦੇ ਹਾਂ। collecting personal information and effectively posing as another individual is known as the crime of। 5 ਆਪਸ਼ਨ ਦਿੱਤੇ ਨੇ, ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰੋ। ਤੇ ਇਹਦਾ ਸਹੀ ਆਨਸਰ ਕੀ ਹੈ, ਆਇਡੈਂਟੀਟੀ ਥੀਫ। ਦੇਖੋ ਕਹਿੰਦੇ ਕਿ ਜਦੋਂ ਆਪਾਂ ਉਸ ਚੀਜ਼ ਨੂੰ ਇੱਕ ਸਪੂਲਿੰਗ ਕੀ ਹੈ ਗਾਈਜ਼, ਇੱਕ ਆਪਰੇਟਿੰਗ ਸਿਸਟਮ ਦਾ ਹੀ ਇੱਕ ਕੀ ਹੈਗਾ ਹੈ, ਠੀਕ ਹੈ, ਕੰਸੈਪਟ ਹੈ। ਸਪੂਫਿੰਗ ਵੀ ਇੱਕ ਤਰ੍ਹਾਂ ਦੀ हैकिंग टाइप ही है, ठीक है। ये भी देखो तो सही आंसर है आइडेंटिटी थीफ। आइडेंटिटी मतलब आइडेंटिटी किसी भी टाइप की हो सकती है। साडी ईमेल आईडी साडे लिए की है आइडेंटिटी, उसका पासवर्ड, ठीक है। आप बैंक अकाउंट यूज़ करते हैं, अकाउंट एंड ATM बनाया होंदा है, ATM का पिन, ठीक है, पैन कार्ड, ये सब चीज़ां साडियां की ने पर्सनल इन्फॉर्मेशन कलैक्ट करता एंड इफेक्टिवली पॉजिंग द अनदर इंडिविजुअल इज नोन एज ए क्राइम इज आइडेंटिटी थेफ्ट। चलो नेक्स्ट चलते हैं। द फर्स्ट स्टैप इज इन द ट्रांजैक्शन प्रोसेसिंग साइकिल इज डैश। बहुत ही ईजी है। जेकर तुसी ट्रांजैक्शन प्रोसेसिंग करनी है तो तुहानू की करना पड़ेगा, करना पवेगा डाटा एंट्री। देखो ਆਪਾਂ ट्रांजैक्शन ਕਰਨ ਲਈ ਸਾਨੂੰ ਪਹਿਲੇ ਕੀ करना पवेगा जेकर ਤੁਹਾਨੂੰ पता है आप अकाउंट ਖੁਲਾਉਣ ਜਾਂਦੇ ਹਾਂ, ਕੀ करना ਪੈਂਦਾ है, ਸਾਨੂੰ फॉर्म फिल करने पैंदा, मतलब आप डाटा एंटर करते हैं। अजकल तो ऑनलाइन ही अकाउंट्स ओपन होंगे ने, लेकिन पहले की होंदा सीगा एक मैनुअली फॉर्म फिल करना पैंदा सीगा, ठीक है। अपनी पर्सनल डिटेल फिल करनी पैंदी सी सारी इदां, दैन वो तुहाडा अकाउंट ਜਿਹੜੀ ਤੁਹਾਡਾ ਅਕਾਊਂਟ ਦੇ ਵਿੱਚ ਜਿਹਦੇ ਵਿੱਚ ਜਿਵੇਂ ਤੁਸੀਂ SBI ਸਟੇਟ ਬੈਂਕ ਵਿੱਚ ਜਾਂਦੇ ਹੋ, ਪੰਜਾਬ ਨੈਸ਼ਨਲ ਬੈਂਕ ਵਿੱਚ ਜਾਂਦੇ ਹੋ, ਤੁਹਾਡਾ ਅਕਾਊਂਟ ਕੀ ਕਰ ਦਿੰਦੇ ਸੀਗੇ, ਓਪਨ ਕਰ ਦਿੰਦੇ ਸੀਗੇ, ਠੀਕ ਹੈ। ਤੁਹਾਨੂੰ ਕੀ ਕਰਨਾ ਪੈਂਦਾ ਸੀਗਾ, ਡਾਟਾ ਐਂਟਰ। तो इस वर्जन ਨਾਲ देखना ਤੁਸੀਂ ਕੋਈ ਵੀ ट्रांजैक्शन ਕਰਵਾਉਣ ਤੋਂ ਪਹਿਲਾਂ फर्स्ट स्टैप ਕੀ ਹੈ ਉਸ ਸਾਈਕਲ ਦਾ, डाटा एंट्री। नैक्सट क्वेश्चन ਵਿੱਚ चलते हैं। इन द इन्फॉर्मेशन सिस्टम कंसैप्ट द आउटपुट फंक्शन इनवॉल्व्स। 5 ऑप्शन दिते ने, सही आंसर देने की कोशिश करो। यस, तेरा सही आंसर की है गाइस। देखो कैप्चरिंग एंड असेंबलिंग एलिमेंट्स दैट एंटर द सिस्टम टू बी प्रोसेस्ड। देखो कहते इन इन्फॉर्मेशन सिस्टम कंसैप्ट आउटपुट फंक्शन इनवॉल्व। पहले सानू की करना पवेगा, कैप्चर एंड असैंबल करना पवेगा एलीमेंट नू, दैन एंटर करके सिस्टम विच प्रोसैस होने तो बाद सानू की मिलेगी, एक आउटपुट मिलेगी, है ना। नैक्सट चलते हैं। बाकी ऑप्शन गाइज तुसीं ध्यान नाल पढ़ लिया करो, क्योंकि मैं इन्ना ज़्यादा डीपली नहीं पढ़ती सारे ऑप्शन। जिहड़ा सही आंसर हुंदा मैं फटाफट दस दिंदी है, क्योंकि थोड़ी एक्सप्लेनेशन देनी हुंदी है, ठीक है। देखो वट SQL कमांड कैन वी यूज टू डिलीट कॉलम फ्रॉम ए टेबल। 5 ऑप्शन दिते ने गाइज। देखो 5 ऑप्शन दिते ने, सही आंसर देने की कोशिश करो। जेकर तुसीं SQL समझते हो ना, एक डाटाबेस आप जो बनाते हैं, क्रिएट करते हैं, SQL की होंगी एक स्ट्रक्चर क्यूरी लैंग्वेज, ठीक है। आप की करते हैं, अलग अलग तरह की कमांड यूज़ करते हैं, अलग अलग क्यूरीज लगाते हैं। तो कहते आप कैन वी यूज़ टू डिलीट ए कॉलम फ्रॉम ए टेबल। आप टेबल बनाते हैं, है ना, टेबल बनाते हैं। तो टेबल बनाते टाइम आप किसी टेबल अगर जेकर बनया होया कोई टेबल, सपोज दैट आप टेबल बनाया होया है ना, इदा एक रोज़ इदा कॉलम रो बनाए हुए हैं। आप चाहते हैं कोई कॉलम की करना, आप डिलीट करना है, मैंने थर्ड वाला कॉलम करना है डिलीट, यदा कुछ नाम दिता होएगा आप, है ना। तो आप की करांगे, कमांड लिख देवांगे, इनू कहते हैं कमांड अल्टर टेबल, कैपिटल अक्षर विच आएगा अल्टर टेबल, टेबल का नेम कुछ भी दिता होएगा, इंप्लॉयज दिता है, स्टूडेंट दिता है, टेबल का नेम आ जाएगा। ड्रॉप का मतलब इत्थों और जो कॉलम है पूरा डिलीट हो जाएगा, ठीक है। ड्रॉप भी कैपिटल अक्षर विच लिखना है, दैन की लिखना है कॉलम का नेम आ जाएगा, जो कॉलम का नेम दिता होएगा, ठीक है। तो इस कमांड के थ्रू आप की कर सकते हैं, एक पर्टिकुलर कोई कॉलम नू डिलीट कर सकते हैं। नैक्सट चलते हैं। विच ऑफ द फॉलोइंग मॉडिफिकेशन में नॉट सक्सीड। 5 ऑप्शन दिते हैं, ध्यान नाल देख लो, सही आंसर देने की कोशिश करो। यस, कहते विच ऑफ द फॉलोइंग मॉडिफिकेशन में नॉट भी सक्सीड। तो सही आंसर की है, की होएगा सही आंसर, चेंजिंग ए कॉलम डाटा टाइप फ्रॉम करैक्टर टू डेट। देखो जो आप टेबल क्रिएट करते हैं, सब तो पहला आप टेबल क्रिएट करने तो बाद कि आप करते हैं,
जो ਆਪਾਂ डाटा फिल करना ਹੁੰਦਾ है टेबल ਵਿੱਚ, ਜਿਵੇਂ कि ID, ਉਹਦਾ नेम, कैंडिडेट का स्टूडेंट का देख लो, ਜਾਂ कोई भी कॉलम का ਦਿੱਤਾ ਹੋਏਗਾ उस टाइप का ही डाटा ਆਪਾਂ एंटर करांगे जिस टाइप का ਆਪਾਂ डाटा टाइप सैट किया होएगा। डाटा टाइप सैट कर सकते हैं इंटीजर टाइप का, करैक्टर टाइप का, बैर कैर टाइप का, ठीक है, डेट टाइप का। तो आप इन्हें क्वेश्चन में क्या गया कि आप विच मॉडिफिकेशन नॉट वी सक्सीड, जेकर आप चाहिए कि चेंजिंग कॉलम डाटा टाइप, कोई कॉलम का आप डाटा टाइप सैट किया है करैक्टर, बट उन्होंने आप चेंज करना चाहते हैं डेट विच, बट वो सक्सीड नहीं होएगा क्योंकि देखो क्योंकि आपको सैट किया होया पहले करैक्टर विच, ठीक है। चेंजिंग ए कॉलम डाटा टाइप फ्रॉम करैक्टर टू डेट नहीं होएगा सक्सीड, ठीक है। चलो जी नैक्सट चलते हैं। चेंजिंग कार्डिनैलिटीज इन ए डाटाबेस इज़, 5 ऑप्शन दिते ने, सही आंसर देने की कोशिश करो। यस, तो सही आंसर की है ए कॉमन डाटाबेस डिज़ाइन टास्क, कॉमन डाटाबेस डिज़ाइन टास्क, ठीक है। आप कुछ चेंज मतलब एक डाटा बनाया, एक टेबल बनाया, टेबल नंबर ऑफ टेबल मिला के पूरा की बन जाता साडे ते डाटाबेस बन जाता है, ठीक है। देखो जेकर आप कोई कंडीशन किसी पर्टिकुलर टेबल ते लगाते हैं, पर्टिकुलर डाटाबेस ते लगाते हैं, तो चेंजिंग हो जाएगी पूरी कार्डिनैलिटीज डाटाबेस विच, ठीक है। कॉमन डाटाबेस डिज़ाइन टास्क जो आप एक कॉमन लगाया गया पूरे डाटाबेस ते की हो जाएगा, वो अप्लाई हो जाएगा। चलो नैक्सट चलते हैं। इरेगुलर सब क्यूरी कैन बी प्रोसेस्ड, 5 ऑप्शन दिते ने, सही आंसर देने की कोशिश करो। हाँ जी, तो सही आंसर की है फ्रॉम दी बॉटम अप, फ्रॉम दी बॉटम अप। देखो आप क्यूरी लगाते हैं, क्यूरी का मतलब होता कंडीशन, क्यूरी के अगे जो आप टेबल बनाते हैं उस टाइम आप क्यूरीज लगाते हैं, ठीक है, कुछ भी क्यूरी लगा सकते हैं। सब क्यूरी का मतलब की है, सब क्यूरी का सुन लो, सब क्यूरी इज ए क्यूरी विद इन ए अनदर क्यूरी, एक क्यूरी लगाई दैन अनदर क्यूरी लगाई, ठीक है, उन्होंने कह देंगे सब क्यूरी, क्यूरी के अंदर क्यूरी, उन्होंने कहते हैं सब क्यूरी, ठीक है। क्यूरीज किस टाइप की, जिमें कि सिलैक्ट, इंसर्ट, अपडेट, डिलीट, ये सब की ने क्यूरीज ने, ठीक है। तो आप क्वेश्चन में की किया गया है इरेगुलर सब क्यूरी कैन बी प्रोसेस्ड फ्रॉम बॉटम अप, बॉटम टू अप। नेक्स्ट चलते हैं। हाउ मैनी कॉपीज of the database schema are typically used in the redesign process, हाँ जी, तो 5 ऑप्शन दिते ने, सही आंसर देने की कोशिश करो। देखो कहते कि हाउ मैनी कॉपीज इन डाटाबेस स्कीमा आर टिपिकली यूज्ड इन द रीडिज़ाइन प्रोसेस, तो सही आंसर की है गाइस 3, सही आंसर की है 3, सही आंसर है 3, ठीक है। चलो नेक्स्ट चलते हैं। विच ऑर्गेनाइजेशनल लेयर इज रिस्पॉन्सिबल फॉर डेवलपिंग इट गोल्स एंड स्ट्रेटजी एज आउटलाइन बाय द टॉप मोस्ट लेवल ऑफ मैनेजमेंट, 5 ऑप्शन दिते ने गाइज। क्वेश्चन में लास्ट वाली वीडियो विच भी बड़ा सही तरीके नाल करवाया सीगा, ठीक है, जेकर तुहानूं याद होएगा तो सही आंसर है स्ट्रैटेजिक मैनेजमेंट। देखो किसी भी कंपनी का टॉप मोस्ट लैवल का मैनेजमेंट कौन हो सकती है, CEO, HR, दैन अलग अलग और अगे की आ जाते हैं इंप्लॉयज़ आ जाते हैं, ठीक है, मैनेजर HR सेम होंगे है, दैन CEO सब तो बड़ा होंगे, दैन वो MD आ जाती है, HR आ जाते हैं, फिर अलग अलग पोस्टां के अलग अलग इंप्लॉयज़ आ जाते हैं, ठीक है, ठीक है, ब्लू कॉलर जिन्होंने आप कह देंगे हैं। कहते कि क्वेश्चन में क्या है कि विच ऑर्गेनाइजेशन लेयर इज रिस्पॉन्सिबल फॉर डिवेलपिंग द गोल एंड स्ट्रैटेजी, ठीक है, कि रिस्पॉन्सिबिलिटी होंगी है स्ट्रैटेजिक मैनेजमेंट टॉप लैवल की मैनेजमेंट की। चलो नेक्स्ट चलते हैं। विच ऑफ द फॉलोइंग इज कलैक्टिव इंफॉर्मेशन अबाउट कस्टमर, कंपीटिटर्स, बिजनेस पार्टनर्स, कंपीटिटिव इन्वायरमेंट्स एंड इंटरनल ऑपरेशंस, 5 ऑप्शन दिते हैं गाइस, सही आंसर देने की कोशिश करो। हाँ जी, तो सही आंसर की है बिजनेस इंटैलीजेंस, बिजनेस इंटैलीजेंस, ठीक है।
ਕਹਿੰਦੇ ਉਸ ਟਾਈਪ ਦੀ ਆਪਾਂ ਇਨਫੋਰਮੇਸ਼ਨ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਜਿਸ ਵਿੱਚ ਕੀ ਕਲੈਕਟਿਵ ਇਨਫੋਰਮੇਸ਼ਨ ਹੁੰਦੀ ਹੈ ਅਬਾਊਟ ਏ ਕਸਟਮਰ, ਕੰਪੀਟੀਟਰਸ, ਬਿਜ਼ਨਸ ਪਾਰਟਨਰ, ਕੰਪੀਟੇਟਿਵ ਇਨਵਾਇਰਮੈਂਟ, ਇੰਟਰਨਲ ਆਪਰੇਸ਼ਨ, ਉਹਨੂੰ ਕਹਿ ਦਿੰਦੇ ਆ ਕੀ ਕਹਿ ਦਿੰਦੇ ਆ, ਬਿਜ਼ਨਸ ਇੰਟੈਲੀਜੈਂਸ। ਠੀਕ ਹੈ, ਬਿਜ਼ਨਸ ਇੰਟੈਲੀਜੈਂਸ ਵਿੱਚ ਡਾਟਾ ਵੀ ਮਤਲਬ ਇੱਕ ਲਾਰਜ ਅਮਾਊਂਟ ਆਫ ਡਾਟਾ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਟੋਰ ਹੁੰਦਾ ਹੈ, ਜਿਵੇਂ ਕਿ ਕਾਹਦੇ ਵਿੱਚ ਆਪਾਂ ਰੱਖ ਸਕਦੇ ਹਾਂ, ਪੂਰੇ ਆਰਗੇਨਾਈਜੇਸ਼ਨ ਦੇ ਜਿੰਨੇ ਬਿਜ਼ਨਸ, ਜਿੰਨੇ ਕੰਪੀਟੀਟਰਸ ਆਉਂਦੇ ਨੇ, ਜਿਵੇਂ ਪਾਰਟਨਰ ਨੇ, ਜਿੰਨੇ ਕਸਟਮਰਸ ਨੇ, ਜਿੰਨੇ ਕੰਪੀਟੇਟਿਵ ਇਨਵਾਇਰਮੈਂਟ, ਸਾਰਾ ਡਾਟਾ ਉਹਦੇ ਵਿੱਚ ਜਿੰਨੇ ਆਪਰੇਸ਼ਨ ਕਰਦੇ ਨੇ ਸਭ ਉਸ ਵਿੱਚ ਸਟੋਰ ਹੁੰਦਾ ਹੈ। ਠੀਕ ਹੈ, ਇਹਨੂੰ ਕਹਿ ਦਿੰਦੇ ਬਿਜ਼ਨਸ ਇੰਟੈਲੀਜੈਂਸ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਟ ਟਰਮ ਇਜ਼ ਯੂਜ਼ ਟੂ ਡਿਸਕ੍ਰਾਈਬ ਇਨਫੋਰਮੇਸ਼ਨ ਕਮਿੰਗ ਇਨ ਟੂ ਅ ਕੰਪਿਊਟਰ ਦੈਟ ਇਜ਼ ਇਨ ਬੈਡ ਫੋਰਮ ਔਰ ਇਨ ਇਨਕੋਰੈਕਟ ਐਂਡ ਵਿਲ ਇਨਪ੍ਰੋਪਰਲੀ ਇਫੈਕਟ ਦੀ ਡਿਸੀਜ਼ਨ ਮੇਕਿੰਗ ਪ੍ਰੋਸੈਸ। 5 ਆਪਸ਼ਨ ਦਿੱਤੇ ਨੇ, ਸਹੀ ਆਂਸਰ ਦੇਣ ਦੀ ਕੋਸ਼ਿਸ਼ ਕਰੋ ਗਾਇਜ਼। ਸ਼ਾਇਦ ਥਰਡ ਟਾਈਮ ਰਿਪੀਟ ਹੋ ਰਿਹਾ ਕੁਐਸਚਨ, ਇਟ ਮੀਨ ਕਿ ਬਹੁਤ ਹੀ ਇੰਪੋਰਟੈਂਟ ਹੋਏਗਾ। ਠੀਕ ਹੈ, ਇਹਦਾ ਸਹੀ ਆਂਸਰ ਕੀ ਹੈ? ਫਰਸਟ, ਗਾਰਬੇਜ ਇਨ ਗਾਰਬੇਜ ਆਊਟ। ਗਾਰਬੇਜ ਦਾ ਮਤਲਬ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ, ਗਾਰਬੇਜ ਦਾ ਮਤਲਬ ਹੁੰਦਾ ਹੈ ਕੋਈ ਅਨਨੈਸੈਸਰੀ ਜਿਹਾ ਡਾਟਾ, ਫਾਲਤੂ ਜਿਹਾ ਡਾਟਾ। ਠੀਕ ਹੈ, ਉਸ ਟਰਮ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਗਾਰਬੇਜ। garbage in garbage out used to describe the information coming into computer that is bad form, incorrect form ਵਿੱਚ ਹੁੰਦਾ ਹੈ, improperly effect decision making process ਹੁੰਦਾ ਹੈ। ਠੀਕ ਹੈ, ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਗਾਰਬੇਜ ਆਪਾਂ ਕੀ ਕਹਿ ਸਕਦੇ, ਜਿਵੇਂ ਆਪਾਂ ਕੁਛ ਐਂਟਰੀ ਕਰਦੇ ਹਾਂ, ਕੋਈ ਫਾਈਲ ਬਣਾਉਂਦੇ ਹਾਂ, ਫੋਲਡਰ ਬਣਾਉਂਦੇ ਹਾਂ ਕੰਪਿਊਟਰ ਵਿੱਚ। ਠੀਕ ਹੈ, ਦੈਨ ਆਪਾਂ ਕੀ ਕਰਦੇ ਹਾਂ, ਉਹਦੇ ਵਿੱਚ ਮਲਟੀਪਲ ਕਾਪੀ ਪੇਸਟ ਕਰ ਕਰਕੇ ਫਾਈਲਾਂ ਛੱਡਦੇ ਜਾਂਦੇ ਹਾਂ। ਠੀਕ ਹੈ, ਕਾਪੀ ਪੇਸਟ ਕਰ ਕਰਕੇ ਰੱਖਦੇ ਜਾਂਦੇ ਹਾਂ। ਜਦੋਂ ਆਪਾਂ ਉਹਨੂੰ ਡਿਲੀਟ ਕਰ ਦਿੰਦੇ, ਸਾਨੂੰ ਨਹੀਂ ਚਾਹੀਦਾ ਹੁੰਦਾ ਡਾਟਾ, ਫੋਲਡਰ ਕੀ ਰਹਿ ਜਾਂਦਾ? ਖਾਲੀ ਰਹਿ ਜਾਂਦਾ ਹੈ। ਠੀਕ ਹੈ, ਉਹਦੀ ਲੋਕੇਸ਼ਨ ਐਲੋਕੇਟ ਤਾਂ ਹੋ ਜਾਂਦੀ ਹੈ, ਮੈਮਰੀ ਉਹਨੂੰ ਐਲੋਕੇਟ ਹੋ ਜਾਂਦੀ ਹੈ ਉਸ ਫੋਲਡਰ ਨੂੰ, ਲੇਕਿਨ ਉਹ ਮੈਮਰੀ ਕੀ ਹੁੰਦੀ ਹੈ? ਖਾਲੀ ਰਹਿ ਜਾਂਦੀ ਹੈ। ਗਾਰਬੇਜ ਉਹਨੂੰ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਇੱਕ ਜਿਸ ਤਰ੍ਹਾਂ ਇੱਕ ਕੂੜਾ ਕਰਕਟ, ਕੂੜਾ ਕਚਰਾ ਕਹਿ ਸਕਦੇ ਹਾਂ। ਠੀਕ ਹੈ, ਉੱਦਾਂ ਦਾ ਨਾ ਆਪਾਂ ਉਹਨੂੰ ਯੂਜ਼ ਕਰਦੇ ਹਾਂ, ਕਰ ਸਕਦੇ ਹਾਂ ਉਹਨੂੰ ਯੂਜ਼, ਲੇਕਿਨ ਉਹਦੀ ਮੈਮਰੀ ਨੂੰ ਕੀ ਕਰਨਾ ਪਵੇਗਾ? ਪਹਿਲੇ ਖਾਲੀ ਕਰਨਾ ਪਵੇਗਾ, ਡੀ ਐਲੋਕੇਸ਼ਨ ਕਰਨਾ ਪਵੇਗਾ, ਦੈਨ ਉਹਨੂੰ ਆਪਾਂ ਸੈਕਿੰਡ ਜਿਹੜਾ ਫਾਈਲ ਹੈ ਉਹਨੂੰ ਮੈਮਰੀ ਐਲੋਕੇਟ ਹੋਵੇਗੀ। ਠੀਕ ਹੈ, ਅਤੇ ਥੋੜ੍ਹੇ ਕੰਪਿਊਟਰ ਦੇ ਕੰਸੈਪਟ ਨੇ ਗਾਈਜ਼, ਥੋੜ੍ਹੇ ਈਜ਼ੀਲੀ ਮੈਂ ਸਮਝਾ ਦਿੰਦੀ ਹਾਂ ਤੁਹਾਨੂੰ ਇਨ ਕਾਮਨ ਲੈਂਗੁਏਜ, ਜੇਕਰ ਤੁਹਾਨੂੰ ਚੰਗਾ ਲੱਗੇ ਤਾਂ। ਠੀਕ ਹੈ, ਚਲੋ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਵਿਚ ਟਾਈਪ ਆਫ ਵਰਕਰ ਨੋਜ਼ ਹਾਊ ਐਂਡ ਸੋਫਟਵੇਅਰ ਵੈਨ ਟੂ ਅਪਲਾਈ ਟੈਕਨੋਲੋਜੀ। ਹਾਂਜੀ ਗਾਈਜ਼, ਸਹੀ ਆਂਸਰ ਹੈ ਟੈਕਨੋਲੋਜੀ ਲਿਟਰੇਟ ਨੌਲੇਜ ਵਰਕਰ। ਦੇਖੋ ਆਪਾਂ ਕੋਈ ਪ੍ਰੋਜੈਕਟ ਬਣਾਉਂਦੇ ਹਾਂ। ਠੀਕ ਹੈ, ਪ੍ਰੋਜੈਕਟ ਬਣਾਉਂਦੇ ਹਾਂ, ਸਾਨੂੰ ਪੂਰੀ ਨੌਲੇਜ ਇਸ ਲਈ ਹੁੰਦੀ ਹੈ ਕਿਉਂਕਿ ਜਿਹੜਾ ਡਿਵੈਲਪਰ ਹੈ ਉਸਨੇ ਪ੍ਰੋਜੈਕਟ 'ਤੇ ਕੰਮ ਕੀਤਾ ਹੁੰਦਾ, ਉਸਨੇ ਖੁਦ ਬਣਾਇਆ ਹੁੰਦਾ, ਉਸਨੂੰ ਸਾਰੀ ਟੈਕਨੋਲੋਜੀ ਬਾਰੇ ਇਸ ਲਈ ਨੌਲੇਜ ਹੁੰਦੀ ਹੈ ਕਿ ਉਹ ਕਿਵੇਂ ਬਣਿਆ ਹੈ, ਉਹਨੂੰ ਕਿਵੇਂ ਚਲਾਉਣਾ ਹੈ, ਇਹਦੇ ਵਿੱਚ ਕੀ ਕੀ ਵੀਕਨੈਸ ਨੇ, ਇਹਦੇ ਕੀ ਐਡਵਾਂਟੇਜ ਨੇ, ਸਭ ਐਵਰੀਥਿੰਗ। ਠੀਕ ਹੈ, ਉਹਨੂੰ ਸਭ ਕੁਛ ਪਤਾ ਹੁੰਦਾ ਹੈ। ਬਟ ਜਿਹੜੇ ਆਪਾਂ ਐਂਡ ਯੂਜ਼ਰ ਹੁੰਦੇ ਆ, ਸਾਨੂੰ ਇੰਨੀ ਨੌਲੇਜ ਨਹੀਂ ਹੁੰਦੀ ਆ, ਸਾਨੂੰ ਸਿਰਫ ਉਹਦੀ ਫੰਕਸ਼ਨੈਲਿਟੀ ਥੋੜ੍ਹੀ ਮਾੜੀ ਮੋਟੀ ਚਲਾਉਣੀ ਆਉਂਦੀ ਹੈ। ਜਿਵੇਂ ਕਿ ਸਾਨੂੰ ਇੱਕ ਕੀ ਲੈ ਲੈਂਦੇ ਆਪਾਂ, ਐਗਜ਼ਾਮਪਲ ਲੈ ਲੈਂਦੇ ਮੋਬਾਈਲ ਦੀ। ਦੇਖੋ ਮੋਬਾਈਲ ਦੀ ਆਪਾਂ ਕੀ ਕਰਦੇ ਹਾਂ, ਮੋਬਾਈਲ ਨੂੰ ਆਪਾਂ ਯੂਜ਼ ਕਰਦੇ ਹਾਂ ਅਤੇ ਫੀਚਰਸ ਯੂਜ਼ ਕਰਦੇ ਹਾਂ, ਫੰਕਸ਼ਨਸ ਯੂਜ਼ ਕਰਦੇ ਹਾਂ, ਲੇਕਿਨ ਇਹਦਾ ਇੰਟਰਨਲ ਓਪਰੇਟਿੰਗ ਸਿਸਟਮ ਕਿੱਦਾਂ ਬਣਿਆ ਹੈ, ਇਹਦੇ ਸੋਫਟਵੇਅਰ ਕਿੱਦਾਂ ਬਣੇ ਨੇ, ਸਾਨੂੰ ਇੰਨੀ ਨੌਲੇਜ ਥੋੜ੍ਹੀ ਨਾ ਹੁੰਦੀ ਇਹਦੇ ਬਾਰੇ, ਹੈ ਨਾ। ਲੇਕਿਨ ਜਿਸ ਨੇ ਡਿਵੈਲਪਰ ਨੇ ਇਹਨੂੰ ਬਣਾਇਆ ਹੈ, ਜਿਸ ਕੰਪਨੀ ਨੇ ਬਣਾਇਆ, ਉਸਨੂੰ ਤਾਂ ਇਹਦੇ ਬਾਰੇ ਸਭ ਪਤਾ ਹੋਏਗਾ ਵੀ ਇਹਦੀ ਵੀਕਨੈਸ ਕੀ ਹੈ, ਇਹਦੀ ਐਡਵਾਂਟੇਜ ਕੀ ਹੈ। ਠੀਕ ਹੈ, ਡਰੋਬੈਕ ਕੀ ਹੈਗੀਆਂ ਨੇ, ਸਭ ਪਤਾ ਹੋਏਗਾ। ਠੀਕ ਹੈ, ਅਤੇ ਇਸ ਲਈ ਆਪਾਂ ਕਹਿ ਦਿੰਦੇ ਹਾਂ ਕਿ ਵਿਚ ਆਫ ਦੀ ਵਰਕਰ ਨੋ ਹਾਊ ਐਂਡ ਸੋਫਟਵੇਅਰ ਵੈਨ ਟੂ ਅਪਲਾਈ ਟੈਕਨੋਲੋਜੀ ਨੂੰ ਕਹਿ ਦਿੰਦੇ ਆ ਟੈਕਨੋਲੋਜੀ ਲਿਟਰੇਟ ਨੌਲੇਜ ਵਰਕਰ। ਨੈਕਸਟ ਚੱਲਦੇ ਹਾਂ। ਵਿਚ ਟਾਈਪ ਆਫ ਦੀ ਸੋਫਟਵੇਅਰ ਕੋਆਰਡੀਨੇਟ ਐਂਡ ਇੰਟਰੈਕਸ਼ਨ ਆਫ ਟੈਕਨੋਲੋਜੀ ਡਿਵਾਈਸ। 5 ਆਪਸ਼ਨ ਦਿੱਤੇ ਨੇ ਗਾਈਜ਼, ਸਹੀ ਆਂਸਰ ਦੇਣ ਦੀ ਕੋਸ਼ਿਸ਼ ਕਰੋ। ਅੱਜ ਦੇ ਸੈਸ਼ਨ ਦਾ ਲਾਸਟ ਕੁਐਸਚਨ ਹੈ ਗਾਈਜ਼ ਇਹ। ਹਾਂਜੀ, ਬਹੁਤ ਈਜ਼ੀ ਹੈ, ਉਮੀਦ ਕਰਦੀ ਹਾਂ ਤੁਹਾਨੂੰ ਆਉਂਦਾ ਹੋਏਗਾ। ਅਤੇ ਇਹਦਾ ਸਹੀ ਆਂਸਰ ਹੈ ਸਿਸਟਮ ਸੋਫਟਵੇਅਰ। ਦੇਖੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਸੋਫਟਵੇਅਰ ਕੀ ਹੁੰਦਾ ਹੈ, ਸੋਫਟਵੇਅਰ ਕਿੰਨੇ ਟਾਈਪਸ ਦੇ ਹੁੰਦੇ ਨੇ, ਸਿਸਟਮ ਸੋਫਟਵੇਅਰ ਕੀ ਹੁੰਦਾ ਹੈ, ਐਪਲੀਕੇਸ਼ਨ ਸੋਫਟਵੇਅਰ ਕੀ ਹੁੰਦਾ ਹੈ, ਯੂਟਿਲਿਟੀ ਸੋਫਟਵੇਅਰ ਕੀ ਹੁੰਦਾ ਹੈ। ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ, ਕੁਐਸਚਨ ਵੀ ਸੈਕਿੰਡ ਟਾਈਮ ਥਰਡ ਟਾਈਮ ਰਿਪੀਟ ਹੋ ਚੁੱਕਿਆ। ਆਪਾਂ 425 ਕੁਐਸਚਨ ਕਰ ਚੁੱਕੇ ਹਾਂ ਅਤੇ ਸੈਕਿੰਡ ਔਰ ਥਰਡ ਟਾਈਮ ਰਿਪੀਟ ਹੋ ਚੁੱਕੇ। ਇਟ ਮੀਨ ਵੈਰੀ ਇੰਪੋਰਟੈਂਟ ਕੁਐਸਚਨ ਹੈ, ਆ ਸਕਦਾ ਪੇਪਰ 'ਚ, ਹੈ ਨਾ। ਸੋਫਟਵੇਅਰ ਜਿਹੜਾ ਸੋਫਟਵੇਅਰ ਇੰਟਰੈਕਟ ਕਰਦਾ ਸਾਡੀ ਟੈਕਨੋਲੋਜੀ ਡਿਵਾਈਸ ਨਾਲ, ਕੋਆਰਡੀਨੇਟ ਕਰਨ ਦਾ ਸੋਫਟਵੇਅਰ ਨੂੰ ਆਪਾਂ ਕਹਿ ਦਿੰਦੇ ਹਾਂ ਸਿਸਟਮ ਸੋਫਟਵੇਅਰ। ਸਿਸਟਮ ਸੋਫਟਵੇਅਰ ਮੈਂ ਫਿਰ ਵੀ ਦੱਸ ਦਿੰਦੀ ਹਾਂ ਤੁਹਾਨੂੰ। ਸਿਸਟਮ ਸੋਫਟਵੇਅਰ ਦੀ ਐਗਜ਼ਾਮਪਲ ਹੈ ਆਪਰੇਟਿੰਗ ਸਿਸਟਮ, ਜਿਵੇਂ ਕਿ ਤੁਹਾਨੂੰ ਪਤਾ ਲਾਈਨੈਕਸ, ਯੂਨਿਕਸ, ਠੀਕ ਹੈ, ਡੋਜ਼, ਵਿੰਡੋ,
सब की ने साडे ऑपरेटिंग सिस्टम ने, है ना। मैक, आईफोन जिहड़ा तुसीं सुनिया होएगा, iOS दा, ठीक है, विंडो iOS दोनों विच तुसीं इन्हां बारे भी थोड़ा थोड़ा तुसीं पढ़ लेना है। इन्हां दे डिवेलपर कौन ने, कदों इन्वेंट किए गए ने, ठीक है। इन्वेंशन वाले क्वेश्चन जरूर आ सकते हैं। ऑपरेटिंग सिस्टम की छोटी जी कोई फंक्शनैलिटी वाली फंक्शनैलिटी का कोई क्वेश्चन आ सकता है, दैन इहदा कोई फीचर्स का क्वेश्चन आ सकता है। थोड़े डीपली क्वेश्चन ज़्यादा नहीं आते, लेकिन IT के ज़्यादा क्वेश्चन आते हैं। इनफॉर्मेशन टैक्नोलॉजी जी लेटेस्ट टैक्नोलॉजियाँ आंदियां ने, ये बारे क्वेश्चन आ जाते हैं। बेसिक कंप्यूटर के क्वेश्चन ज़्यादा आ जाते हैं, ठीक है। तो ਆਪਾਂ फिर भी कोशिश करते हैं कि सब ने एबरीवेशन वाले क्वेश्चन तो पढ़े होणगे, वन लाइनर है ना, छोटे छोटे डेफिनेशनस ਜਿਹੜੀਆਂ ਤੁਹਾਨੂੰ पता होना चाहिए ने, ठीक है। ਸਾਨੂੰ बेसिक नॉलेज ਦੇ ਨਾਲ थोड़ी डीपली नॉलेज भी ਤੁਹਾਨੂੰ रखनी है, क्योंकि आप इसलिए थोड़ी एक्सप्लेनेशन ज़्यादा करवा देंगे हैं, ताकि स्टूडेंट्स तक जी एक्सप्लेनेशन है ਤੁਹਾਨੂੰ होर कोई बुक ओपन करने की जरूरत ना पवे, तुसी वीडियो के थ्रू ही सब कुछ सीख लैन, है ना। अगर तुम चाहते हो कि तुसी एक्सट्रा कुछ सीखना है, ठीक है, तुसी इनू ग्रैब करो, ध्यान नाल कोशिश करो, सुने करो, दैन क्वेश्चन विचों ही नैक्सट क्वेश्चन का आंसर आ जाता है, ठीक है। जेकर तुसी ध्यान नाल वीडियो देखोगे तुहाडे लई ही बेनीफिट है ना। हाँ जी गाइस, चैनल को सबसक्राइब कर लो। जोड़े नवे स्टूडेंट जुड़े ने कमेंट करके जरूर दस्सिओ वीडियो किमें दी लगी। साडी लास्ट वीडियो 25 क्वेश्चन आप डेली करते हैं, ठीक है। लास्ट वीडियो तुसी जरूर देख लियो, इन्ने एपीसोड हो चुके हैं। लाइक करना तो शेयर करना ना भुल्लिओ। थैंक फॉर वॉचिंग। हुण मिलांगे नैक्सट वाली वीडियो च। उद तक गुड इवनिंग। यस।